हेलो एवरीवन। ਹੁਣ ਅਸੀਂ ਕਰ ਰਹੇ ਹਾਂ ਬੀਐਡ ਫਸਟ ਈਅਰ ਦਾ ਜੋ ਸਾਡਾ ਟੀਚਿੰਗ ਸਬਜੈਕਟ ਹੈ ਟੀਚਿੰਗ ਆਫ ਪੰਜਾਬੀ, ਜਿਹਦੇ ਵਿੱਚ ਅਸੀਂ ਆਪਣੀ 4th ਯੂਨਿਟ ਸਟਾਰਟ ਕੀਤੀ ਹੈ। ਤਾਂ ਆਪਣੇ 4th ਯੂਨਿਟ ਦੇ ਜੋ ਆਪਣਾ ਟੌਪਿਕ ਸਟਾਰਟ ਕਰਨ ਜਾ ਰਹੇ ਹੋਗਾ ਆਡੀਓ ਵਿਜ਼ੂਅਲ ਏਡਸ, ਮਤਲਬ ਦੇਖਣ ਸੁਣਨ ਦੇ ਸਾਧਨ। ਪੰਜਾਬੀ ਭਾਸ਼ਾ ਨੂੰ ਸਿਖਾਉਣ ਵਿੱਚ ਜਿਹੜੇ ਆਡੀਓ ਵਿਜ਼ੂਅਲ ਏਡਸ ਨੇ, ਜਿਹੜੇ ਦੇਖਣ ਸੁਣਨ ਦੇ ਸਾਧਨ ਨੇ, ਉਹ ਕੀ ਸਹਾਇਤਾ ਕਰਦੇ ਆ ਟੀਚਰ ਦੀ ਔਰ ਸਿੱਖਣ ਵਿੱਚ ਵਿਦਿਆਰਥੀਆਂ ਦੀ ਕੀ ਸਹਾਇਤਾ ਕਰਦੀ ਹੈ। ਦੇਖਿਓ, ਅਧਿਆਪਕ ਦਾ ਜਿਹੜਾ ਕਾਰਜ ਹੈ, ਜਿਹੜਾ ਅਧਿਆਪਨ ਕਾਰਜ ਉਹ ਇਸੇ ਗੱਲ ਤੇ ਨਿਰਭਰ ਕਰਦਾ ਹੈ ਕਿ ਜਿਹੜਾ ਅਧਿਆਪਕ ਦੁਆਰਾ ਗਿਆਨ ਦਿੱਤਾ ਗਿਆ ਹੈ ਉਹ ਵਿਦਿਆਰਥੀਆਂ ਨੂੰ ਕਿੰਨੇ ਕੁ ਸੁਚੱਜੇ ਤਰੀਕੇ ਨਾਲ ਮਿਲ ਗਿਆ ਹੈ, ਕਿੰਨਾ ਜਿਹੜਾ ਸਹੀ ਮਾਤਰਾ ਵਿੱਚ ਤੇ ਸ਼ੁੱਧ ਰੂਪ ਵਿੱਚ ਜਿਹੜਾ ਉਹ ਗਿਆਨ ਉਹ ਵਿਦਿਆਰਥੀਆਂ ਤੱਕ ਪਹੁੰਚਦਾ ਹੋ ਚੁੱਕਿਆ ਹੈ। ਇਸ ਕੰਮ ਨੂੰ ਪੂਰਾ ਕਰਨ ਲਈ ਅਧਿਆਪਕ ਆਪਣੇ ਜਿਹੜਾ ਭਾਸ਼ਣ ਦਿੰਦੇ ਨੇ, ਉਹ ਜਿਹੜਾ ਲੈਕਚਰ ਦਿੰਦੇ ਨੇ, ਉਹਦੇ ਨਾਲ ਨਾਲ ਕੁਝ ਜਿਹੜੀਆਂ ਹੋਰ ਸਹਾਇਕ ਸਮੱਗਰੀਆਂ ਹੁੰਦੀਆਂ ਨੇ, ਜਿਹੜੀਆਂ ਅਧਿਆਪਨ ਦੀਆਂ ਸਹਾਇਕ ਸਮੱਗਰੀਆਂ, ਜਿਵੇਂ ਕਿ ਬਲੈਕ ਬੋਰਡ ਹੋ ਗਿਆ, ਜਿਵੇਂ ਕੋਈ ਮੈਪ ਵਗੈਰਾ ਹੋ ਗਏ, ਕੋਈ ਫਲੈਸ਼ ਕਾਰਡ ਹੋ ਗਏ, ਕੋਈ ਚਾਰਟ ਵਗੈਰਾ ਹੋ ਗਏ, ਜਾਂ ਫਿਰ ਕੋਈ ਉਹਨਾਂ ਨੂੰ ਪਿਕਚਰ ਵਗੈਰਾ ਦਿਖਾਈਆਂ ਗਈਆਂ, ਜਾਂ ਫਿਰ ਪ੍ਰੋਜੈਕਟਰ ਦੀ ਸਹਾਇਤਾ ਨਾਲ ਉਹਨੂੰ ਕੋਈ ਚੀਜ਼ ਦਿਖਾਈ ਗਈ। ਤਾਂ ਇਹਨਾਂ ਨਾਲ ਜਿਹੜਾ ਅਸੀਂ ਕਿਸੇ ਵੀ ਪਾਠ ਵਿਧੀ ਨੂੰ ਸੁਭਾਵਿਕ, ਵਾਸਤਵਿਕ, ਦਿਲਚਸਪ ਤੇ ਬਾਲ ਕੇਂਦਰਿਤ ਬਣਾ ਸਕਦੇ ਹਾਂ। ਵਿਧੀਆਂ ਇਹ ਬਾਲ ਕੇਂਦਰਿਤ ਬਣਾਉਣ ਵਾਸਤੇ ਸਾਡਾ ਜਿਹੜਾ ਪਾਠਕ੍ਰਮ ਹੈ ਜਾਂ ਸਾਡਾ ਜਿਹੜਾ ਵਿਸ਼ਾ ਵਸਤੂ ਹੈਗਾ, ਉਹਨੂੰ ਬਾਲ ਕੇਂਦਰਿਤ ਬਣਾਉਣ ਵਾਸਤੇ ਇਹਨਾਂ ਜਿਹੜੀਆਂ ਸਹਾਇਕ ਸਮੱਗਰੀਆਂ ਨੇ, ਜਾਂ ਮੈਂ ਕਹਿ ਲਈਏ ਕਿ ਜਿਹੜੀਆਂ ਆਡੀਓ ਵਿਜ਼ੂਅਲ ਏਡਸ ਨੇ, ਜਿਹੜੀਆਂ ਦੇਖਣ ਸੁਣਨ ਦੇ ਸਾਧਨ ਨੇ ਪੰਜਾਬੀ ਭਾਸ਼ਾ ਵਿੱਚ, ਉਹ ਇੱਕ ਆਪਦੀ ਅਹਿਮ ਭੂਮਿਕਾ ਜਿਹੜੀ ਅਦਾ ਕਰਦੀਆਂ ਨੇ। ਇਹਦੀ ਸਹਾਇਤਾ ਨਾਲ ਪੜ੍ਹਾਉਣ ਵਿੱਚ ਸੰਕਲਪ ਵਧੇਰੇ ਸਪਸ਼ਟਤਾ ਲਿਆਏ ਜਾ ਸਕਦੇ ਨੇ। ਅਸੀਂ ਬੱਚੇ ਨੂੰ ਜਿਹੜਾ ਵਿਸ਼ਾ ਵਸਤੂ ਉਹ ਜ਼ਿਆਦਾ ਸਫਾਈ ਨਾਲ ਤੇ ਜ਼ਿਆਦਾ ਵਧੀਆ ਤਰੀਕੇ ਨਾਲ, ਜ਼ਿਆਦਾ ਡੂੰਘਾਈ ਨਾਲ ਉਹਨੂੰ ਦੱਸ ਸਕਦੇ ਹਾਂ। ਦੂਸਰੀ ਗੱਲ, ਜਦੋਂ ਅਸੀਂ ਕਿਸੇ ਬੱਚੇ ਨੂੰ ਦੇਖਣ ਸੁਣਨ ਦੀਆਂ ਸਮੱਗਰੀਆਂ ਦਾ ਪ੍ਰਯੋਗ ਕਰਕੇ ਸਮਝਾਉਂਦੇ ਆ ਤਾਂ ਉਹਨਾਂ ਨੂੰ ਜਿਹੜੀ ਸਮਝੀ ਗਈ ਚੀਜ਼ ਆ, ਜਿਹੜਾ ਸਮਝਿਆ ਗਿਆ ਵਿਸ਼ਾ ਵਸਤੂ ਆ, ਉਹ ਜ਼ਿਆਦਾ ਟਾਈਮ ਤੱਕ ਯਾਦ ਰਹਿੰਦਾ ਹੈ। ਇਸ ਜਿਹੜੀਆਂ ਸਹਾਇਕ ਸਮੱਗਰੀਆਂ ਹੁੰਦੀਆਂ ਨੇ, ਇਹ ਬੱਚੇ ਦਾ ਜਿਹੜਾ ਧਿਆਨ ਦੇ ਖਿੱਚ ਦਾ ਕੇਂਦਰ ਬਣਦੀਆਂ ਨੇ। ਬੱਚੇ ਕਿਰਿਆਸ਼ੀਲ ਹੋ ਕੇ ਸਿੱਖਿਆ ਕਿਰਿਆ ਵਿੱਚ ਭਾਗ ਲੈਂਦੇ ਨੇ। ਜੇਕਰ ਦੇਖਿਆ ਜਾਵੇ ਕਿ ਜਿਹੜੀਆਂ ਸਹਾਇਕ ਸਮੱਗਰੀਆਂ ਨੇ, ਵੇਖਣ ਸੁਣਨ ਵਾਲੀਆਂ ਸਮੱਗਰੀਆਂ ਨੇ, ਉਹਨਾਂ ਨੂੰ ਗਿਆਨ ਪ੍ਰਾਪਤ ਲਈ ਅਸੀਂ ਦੋ ਬੁਨਿਆਦੀ ਮਾਧਿਅਮਾਂ ਵਿੱਚ ਵੰਡ ਸਕਦੇ ਹਾਂ। ਜੇਕਰ ਆਪਾਂ ਪਹਿਲੇ ਮਾਧਿਅਮ ਦੀ ਗੱਲ ਕਰੀਏ, ਉਹ ਹੈਗਾ ਪ੍ਰਤੱਖ ਅਨੁਭਵਾਂ ਦੁਆਰਾ। ਇਹਦੇ ਮਾਧਿਅਮ ਦੀ ਗੱਲ ਕਰਦੇ ਹਾਂ, ਅਸੀਂ ਮਾਧਿਅਮ ਦੀ ਗੱਲ ਕਰਦੇ ਹਾਂ। ਇਹ ਜਿਹੜਾ ਦੋ ਬੁਨਿਆਦੀ ਮਾਧਿਅਮ ਹੋ ਸਕਦੇ ਨੇ, ਦੋ ਬੁਨਿਆਦੀ ਮਾਧਿਅਮ। ਪਹਿਲਾ ਹੈਗਾ ਪ੍ਰਤੱਖ ਅਨੁਭਵ ਰਾਹੀਂ। ਪ੍ਰਤੱਖ ਅਨੁਭਵ ਰਾਹੀਂ ਅਸੀਂ ਕਿਵੇਂ ਬੱਚੇ ਨੂੰ ਸਿਖਾ ਸਕਦੇ ਹਾਂ? ਉਹ ਹੁੰਦਾ ਗਾ ਜਦੋਂ ਅਸੀਂ ਕਿਸੇ ਅਸਲੀ ਵਸਤੂਆਂ ਨੂੰ ਦਿਖਾ ਕੇ ਬੱਚੇ ਨੂੰ ਕੋਈ ਚੀਜ਼ ਪੜ੍ਹਾਉਂਦੇ ਹਾਂ। ਜੇਕਰ ਆਪਾਂ ਉਦਾਹਰਨ ਵਜੋਂ ਗੱਲ ਕਰੀਏ, ਆਪਾਂ ਬੱਚੇ ਨੂੰ ਕੁਰਸੀ ਮੇਜ਼ ਬਾਰੇ ਆਪਾਂ ਗੱਲ ਦੱਸ ਰਹੇ ਹਾਂ, ਉਹਦੇ ਰਿਲੇਟਿਡ ਆਪਾਂ ਕੋਈ ਚੀਜ਼ਾਂ ਸਿਖਾ ਰਹੇ ਹਾਂ, ਤਾਂ ਬੱਚੇ ਨੂੰ ਉਹ ਕਲਾਸ ਵਿੱਚ ਆਪਾਂ ਮੇਜ਼ ਵੀ ਦਿਖਾ ਸਕਦੇ ਹਾਂ, ਕੁਰਸੀ ਦਿਖਾ ਸਕਦੇ ਹਾਂ, ਡੈਸਕ ਦਿਖਾ ਸਕਦੇ ਹਾਂ, ਆਪਾਂ ਖਿੜਕੀਆਂ, ਦਰਵਾਜ਼ੇ। ਇਹ ਕਹਿਣ ਦਾ ਭਾਵ ਹੈਗਾ ਕਿ ਜਿਹੜੀਆਂ ਚੀਜ਼ਾਂ ਅਸੀਂ ਕਲਾਸ ਵਿੱਚ ਲਿਆ ਕੇ, ਅਸੀਂ ਜਮਾਤ ਵਿੱਚ ਜਿਹੜੀਆਂ ਚੀਜ਼ਾਂ ਲਿਆ ਕੇ ਅਸੀਂ ਬੱਚੇ ਨੂੰ ਉਹਨਾਂ ਦਾ ਪ੍ਰਤੱਖ ਅਨੁਭਵ ਕਰਵਾ ਕੇ, ਡਾਇਰੈਕਟ ਐਕਸਪੀਰੀਅੰਸ ਦਵਾ ਕੇ ਅਸੀਂ ਬੱਚੇ ਨੂੰ ਉਸ ਚੀਜ਼ ਦੀ ਜਿਹੜੀ ਜਾਣਕਾਰੀ ਆ ਉਹ ਦੇ ਸਕਦੇ ਹਾਂ, ਉਹ ਅਸੀਂ ਪ੍ਰਤੱਖ ਅਨੁਭਵ ਰਾਹੀਂ ਦੇ ਸਕਦੇ ਹਾਂ। ਇਹਦੇ ਲਈ ਬਹੁਤ ਸਾਰੇ ਜਿਹੜੇ ਤਰੀਕੇ ਨੇ ਉਹ ਵਰਤੇ ਜਾ ਸਕਦੇ ਹਨ, ਕਿਉਂਕਿ ਅਕਸਰ ਹੀ ਕਿਹਾ ਗਿਆ ਹੈ ਕਿ 100 ਵਾਰ ਸੁਣਾਉਣ ਤੋਂ ਇੱਕ ਵਾਰ ਦਿਖਾਉਣਾ ਚੰਗਾ ਹੈ। ਇੱਕ ਵਾਰ ਵੇਖਣਾ ਤੇ 100 ਵਾਰ ਚੰਗਾ ਦੱਸਣ ਦੇ ਬਰਾਬਰ ਹੁੰਦਾ ਹੈ। ਇਹ ਵੀ ਕਿਹਾ ਗਿਆ ਹੈ ਕਿ ਤਜਰਬੇ ਵਰਗਾ ਕੋਈ ਅਧਿਆਪਕ ਨਹੀਂ। ਜਦੋਂ ਕੋਈ ਵਿਦਿਆਰਥੀ ਆਪਣੀਆਂ ਅੱਖਾਂ ਰਾਹੀਂ ਕਿਸੇ ਚੀਜ਼ ਦਾ ਤਜਰਬਾ ਕਰਦਾ ਹੈ ਤਾਂ ਉਹ ਜਿਹੜੀ ਵਿਸ਼ਾ ਵਸਤੂ ਆ, ਜਿਹੜਾ ਉਹ ਟੌਪਿਕ ਆ, ਉਹ ਜ਼ਿਆਦਾ ਦੇਰ ਤੱਕ ਉਹਦੇ ਮਨ ਵਿੱਚ ਰਹਿ ਸਕਦਾ ਹੈ। ਪਰੰਤੂ ਹਰ ਤਰ੍ਹਾਂ ਦੇ ਜਿਹੜਾ ਗਿਆਨ ਹੈ, ਪ੍ਰਤੱਖ ਗਿਆਨ ਵਰਤਣ ਲਈ ਜਿਹੜਾ ਹਰ ਸਮੇਂ ਅਸੀਂ ਆਪਣੇ ਆਪ ਨੂੰ ਤਿਆਰ ਨਹੀਂ ਕਰ ਸਕਦੇ, ਜਾਂ ਫਿਰ ਹਰ ਤਰੀਕੇ ਦਾ ਜਿਹੜਾ ਗਿਆਨ ਆ ਉਹ ਪ੍ਰਤੱਖ ਤਰੀਕੇ ਨਾਲ ਨਹੀਂ ਵਰਤਿਆ ਜਾ ਸਕਦਾ। ਤੇ ਉਹਦੇ ਵਾਸਤੇ ਫਿਰ ਕੁਝ ਜਿਹੜੇ ਪ੍ਰਤੱਖ ਅਨੁਭਵ ਨੇ, ਅਪਰਤੱਖ ਜਿਹੜੇ ਅਨੁਭਵ ਨੇ ਜਾਂ ਅਪਰਤੱਖ ਜਿਹੜੇ ਸਾਧਨ ਨੇ, ਉਹਨਾਂ ਦੀ ਜਿਹੜੀ ਵਰਤੋਂ ਕੀਤੀ ਜਾਂਦੀ ਹੈ।
ਅਪਰਤੱਖ ਅਨੁਭਵ ਰਾਹੀਂ। ਹੁਣ ਜੇਕਰ ਆਪਾਂ ਗੱਲ ਕਰੀਏ ਕਿ ਅਸੀਂ ਬੱਚਿਆਂ ਨੂੰ ਤਾਜ ਮਹਿਲ ਦੇ ਬਾਰੇ ਗੱਲ ਕਰਦੇ ਹਾਂ ਤਾਂ ਤਾਜ ਮਹਿਲ ਇਹ ਪੋਸੀਬਲ ਨਹੀਂ ਹੈਗਾ ਕਿ ਅਸੀਂ ਲਿਆ ਕੇ ਕਲਾਸ ਵਿੱਚ ਰੱਖ ਦਈਏ। ਉਹਦਾ ਅਸੀਂ ਸਿਰਫ ਇੱਕ ਮਾਡਲ ਦਿਖਾ ਸਕਦੇ ਹਾਂ, ਉਹਦੀ ਅਸੀਂ ਇੱਕ ਤਸਵੀਰ ਦਿਖਾ ਸਕਦੇ ਹਾਂ। ਹੁਣ ਪ੍ਰਤੱਖ ਅਨੁਭਵ ਦਾ ਮਤਲਬ ਕੀ ਹੈ ਕਿ ਅਸੀਂ ਤਾਜ ਮਹਿਲ ਜਾ ਰਹੇ ਹਾਂ, ਉਹਦੇ ਅੰਦਰ ਘੁੰਮ ਕੇ ਦੇਖ ਰਹੇ ਹਾਂ ਤਾਂ ਉਹਦੇ ਆਲੇ ਦੁਆਲੇ ਨੂੰ ਦੇਖ ਰਹੇ ਹਾਂ ਤੇ ਸਾਡਾ ਇੱਕ ਜਿਹੜਾ ਲਾਈਵ ਐਕਸਪੀਰੀਅੰਸ ਉਹ ਹੁੰਦਾ ਗਾ। ਤੇ ਜਦੋਂ ਅਸੀਂ ਕਿਸੇ ਵੀ ਚੀਜ਼ ਦਾ ਜਿਹੜਾ ਲਾਈਵ ਐਕਸਪੀਰੀਅੰਸ ਨਹੀਂ ਦੇ ਸਕਦੇ, ਪ੍ਰਤੱਖ ਜਿਹੜਾ ਅਨੁਭਵ ਉਹਨੂੰ ਨਹੀਂ ਦੇ ਸਕਦੇ ਤਾਂ ਉਦੋਂ ਫਿਰ ਅਸੀਂ ਅਪਰਤੱਖ ਅਨੁਭਵ ਰਾਹੀਂ ਜਿਹੜਾ ਉਹ ਗਿਆਨ ਦਿੰਦੇ ਹਾਂ। ਤਾਂ ਇਹਦੇ ਵਿੱਚ ਦੇਖਣ ਸੁਣਨ ਦੇ ਸਾਧਨ, ਉਹ ਕਹਿਣ ਦਾ ਮਤਲਬ ਹੈ ਕਿ ਜਿਹੜੀ ਵੱਖਰੀ ਵੱਖਰੀ ਤਰ੍ਹਾਂ ਦੀ ਜਿਹੜੀ ਸਥੂਲ ਸਮੱਗਰੀ ਹੈ ਉਹ ਪੇਸ਼ ਕੀਤੀ ਜਾਂਦੀ ਹੈ। ਜਿਵੇਂ ਅਸੀਂ ਗੱਲ ਕੀਤੀ ਸੀ ਤਾਜ ਮਹਿਲ ਦੀ, ਤਾਂ ਤਾਜ ਮਹਿਲ ਦਾ ਅਸੀਂ ਮਾਡਲ ਦਿਖਾ ਸਕਦੇ ਹਾਂ ਬੱਚਿਆਂ ਨੂੰ, ਉਹਦੀ ਫੋਟੋਆਂ ਦਿਖਾ ਸਕਦੇ ਹਾਂ, ਪਰ ਉਹਦੇ ਵਿੱਚ ਅਸੀਂ ਬੱਚਿਆਂ ਨੂੰ ਜਿਹੜਾ ਵਿਜ਼ਿਟ ਨਹੀਂ ਕਰਵਾ ਸਕਦੇ। ਉਹ ਬੱਚੇ ਆਪਣਾ ਜਿਹੜਾ ਇੱਕ ਅਨੁਭਵ, ਜਿਹੜਾ ਲਾਈਵ ਅਨੁਭਵ ਹੁੰਦਾ ਵਾ, ਜਿਹੜਾ ਡਾਇਰੈਕਟ ਅਨੁਭਵ ਉਹ ਨਹੀਂ ਲੈ ਸਕਦੇ, ਉਹ ਸਿਰਫ ਇੱਕ ਕਲਪਨਾ ਸ਼ਕਤੀ ਨਾਲ ਅਨੁਭਵ ਲੈ ਸਕਦੇ ਨੇ। ਅਗਰ ਆਪਾਂ ਗੱਲ ਕਰੀਏ ਈ.ਸੀ. ਡੈਂਟ ਨੇ ਕੀ ਕਿਹਾ ਹੈ ਇਹਦੇ ਬਾਰੇ, ਈ.ਸੀ. ਡੈਂਟ ਦੇ ਅਕੋਰਡਿੰਗ ਟੂ ਈ.ਸੀ. ਡੈਂਟ, ਈ.ਸੀ. ਡੈਂਟ ਨੇ ਜਿਹੜੇ ਸਹਾਇਕ ਸਾਮਗਰੀ ਹੈ ਉਹਦੇ ਬਾਰੇ ਉਹਨਾਂ ਨੇ ਕੁਝ ਕਿਹਾ। ਉਹਨਾਂ ਅਨੁਸਾਰ ਦੇਖਣ ਸੁਣਨ ਸਾਮਗਰੀ ਉਹ ਹੈ ਜੋ ਸ਼੍ਰੇਣੀ ਵਿੱਚ ਜਾਂ ਹੋਰ ਅਧਿਆਪਨ ਹਾਲਾਤਾਂ ਵਿੱਚ ਲਿਖਤ ਜਾਂ ਫਿਰ ਬੋਲੀ ਗਈ ਪਾਠ ਸਮੱਗਰੀ ਨੂੰ ਸਮਝਣ ਵਿੱਚ ਸਹਾਇਤਾ ਦੇਵੇ। ਪਾਠ ਸਮੱਗਰੀ ਨੂੰ ਸਮਝਣ ਵਿੱਚ ਸਹਾਇਤਾ ਕਿ ਜਦੋਂ ਸਾਨੂੰ ਲੱਗਦਾ ਕਿ ਇਹ ਚੀਜ਼ ਅਸੀਂ ਸੁਣ ਕੇ ਨਹੀਂ ਸਮਝ ਰਹੇ ਜਾਂ ਫਿਰ ਪੜ੍ਹ ਕੇ ਨਹੀਂ ਸਮਝ ਰਹੇ ਤਾਂ ਅਸੀਂ ਉਹਦੇ ਜਾਂ ਤਾਂ ਪ੍ਰਤੱਖ ਅਨੁਭਵ ਦੁਆਰਾ ਬੱਚਿਆਂ ਨੂੰ ਸਮਝਾਉਣੇ ਆ ਜਾਂ ਫਿਰ ਇੱਕ ਅਪਰਤੱਖ ਅਨੁਭਵ ਅਸੀਂ ਬੱਚਿਆਂ ਨੂੰ ਪ੍ਰਤੱਖ ਅਨੁਭਵ ਦੁਆਰਾ ਸਮਝਾਉਂਦੇ ਆ ਕਿ ਉਹਨਾਂ ਨੂੰ ਜਿਹੜੀ ਉਹਦੀ ਇੱਕ ਡੀਪਲੀ ਨੌਲੇਜ ਦੱਸਦੇ ਕਿ ਉਹ ਡੂੰਘਾਈ ਤੱਕ ਉਹਨਾਂ ਚੀਜ਼ਾਂ ਬਾਰੇ ਸਮਝ ਸਕਣ, ਉਸਦੇ ਜਿਹੜੇ ਅਸਲੀ ਅਰਥ ਆ ਉਹਨਾਂ ਨੂੰ ਸਮਝ ਸਕਣ। ਇਸ ਪ੍ਰਕਾਰ ਦੇਖਣ ਸੁਣਨ ਦੇ ਸਾਧਨਾਂ ਤੋਂ ਭਾਵ ਉਹ ਸਾਧਨ ਤੇ ਤਕਨੀਕਾਂ ਹਨ ਜਿਸ ਬਾਰੇ ਜਿਹੜਾ ਅਰਥ ਕਿਸੇ ਵੀ ਵਿਸ਼ੇ ਵਸਤੂ ਦਾ ਜਿਹੜਾ ਅਰਥ ਆ ਉਹ ਚੰਗੀ ਤਰ੍ਹਾਂ ਦੱਸ ਸਕਣ ਤੇ ਜਿਹੜਾ ਸਰਵ ਪ੍ਰਮਾਣਿਤ ਹੈ ਉਹਨਾਂ ਦੀ ਚੋਣ ਕਰਕੇ ਅਧਿਆਪਕ ਪੜ੍ਹਾਉਣ ਦੇ ਸਮੇਂ ਆਪਣੇ ਵਿਦਿਆਰਥੀਆਂ ਦੀ ਜਿਹੜੀ ਉਤਸੁਕਤਾ ਹੈਗਾ ਉਹ ਪੜ੍ਹਾਈ ਵਿੱਚ ਜਗਾ ਸਕਦਾ ਹੈ ਤੇ ਆਪਦਾ ਜਿਹੜਾ ਅਧਿਆਪਨ ਕਾਰਿਆ ਨੂੰ ਹੋਰ ਜ਼ਿਆਦਾ ਇਫੈਕਟਿਵ ਬਣਾ ਸਕਦਾ ਹੈ। ਤੇ ਇਹ ਗੱਲ ਸੀਗੀ, ਇਹ ਗੱਲ ਕੀਤੀ ਆਪਾਂ ਮੀਨਿੰਗ ਦੀ ਕਿ ਆਡੀਓ ਵਿਜ਼ੂਅਲ ਦਾ ਜਿਹੜਾ ਮੀਨਿੰਗ ਕੀ ਹੈ। ਹੁਣ ਆਪਾਂ ਗੱਲ ਕਰਦੇ ਹਾਂ ਜੀ ਨੀਡ ਤੇ ਇੰਪੋਰਟੈਂਸ ਦੀ ਕਿ ਜਿਹੜੀਆਂ ਆਡੀਓ ਵਿਜ਼ੂਅਲ ਏਡਸ ਨੇ ਸਾਡੇ ਟੀਚਿੰਗ ਵਿੱਚ, ਟੀਚਿੰਗ ਲਰਨਿੰਗ ਵਿੱਚ ਇਹਦਾ ਕੀ ਜਿਹੜਾ ਮਹੱਤਵ ਹੈ ਤੇ ਇਹਦੀ ਕੀ ਜ਼ਰੂਰਤ ਹੈ। ਆਪਾਂ ਗੱਲ ਕਰਾਂਗੇ ਇੱਥੇ ਨੀਡ ਤੇ ਇੰਪੋਰਟੈਂਸ ਦੀ, ਨੀਡ ਐਂਡ ਇੰਪੋਰਟੈਂਸ ਆਫ ਆਡੀਓ ਵਿਜ਼ੂਅਲ ਏਡਸ। ਨੀਡ ਐਂਡ ਇੰਪੋਰਟੈਂਸ, ਨੀਡ ਐਂਡ ਇੰਪੋਰਟੈਂਸ ਕਿਸ ਚੀਜ਼ ਦੀ, ਆਡੀਓ ਵਿਜ਼ੂਅਲ ਏਡ ਦੀ। ਤਾਂ ਆਪਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਕਿ ਜਿਹੜੇ ਦੇਖਣ ਸੁਣਨ ਦੇ ਸਾਧਨ ਨੇ ਉਹਦੀ ਬਹੁਤ ਹੀ ਜ਼ਿਆਦਾ ਜਿਹੜੀ ਮਹੱਤਤਾ ਹੈਗੀ ਹੈ, ਜਿਹੜਾ ਬਹੁਤ ਹੀ ਜ਼ਿਆਦਾ ਮਹੱਤਵ ਹੈ ਸਾਡੀ ਟੀਚਿੰਗ ਲਰਨਿੰਗ ਪ੍ਰੋਸੈਸ ਦੇ ਵਿੱਚ ਹੈਗਾ। ਸਾਡਾ ਜਿਹੜਾ ਸਿੱਖਣ ਕਿਰਿਆ ਹੈਗੀ ਆ ਜਾਂ ਫਿਰ ਸਾਡੀ ਅਧਿਆਪਨ ਕਿਰਿਆ ਬਹੁਤ ਹੀ ਜ਼ਿਆਦਾ ਇਹ ਆਪਣਾ ਜਿਹੜੀ ਭੂਮਿਕਾ ਉਹ ਅਦਾ ਕਰਦੇ ਹਨ। ਤੇ ਆਪਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜਿਵੇਂ ਕਿ ਜੋਸਫ ਜੇ ਵੈਬਰ ਦੀ ਗੱਲ ਕਰੀਏ ਆਪਾਂ, according to Joseph J. Weber, ਸਾਡੇ ਆਡੀਓ ਵਿਜ਼ੂਅਲ ਏਡ ਦੇ ਲਈ ਜੋਸਫ ਜੇ ਵੈਬਰ ਦਾ ਕੀ ਕਹਿਣਾ, ਉਹ ਕਹਿ ਰਹੇ ਨੇ ਕਿ ਗਿਆਨ ਗ੍ਰਹਿਣ ਜਿਹੜੀ ਪ੍ਰਕਿਰਿਆ ਹੈ, ਜਦੋਂ ਆਪਾਂ ਕੋਈ ਚੀਜ਼ ਸਿੱਖਦੇ ਹਾਂ ਉਸ ਸਮੇਂ ਵਿਅਕਤੀ 40% ਗਿਆਨ ਅੱਖਾਂ ਨਾਲ ਪ੍ਰਾਪਤ ਕਰਦਾ ਹੈ, 40% ਗਿਆਨ ਦੇਖ ਕੇ ਕਰਦਾ ਹੈ। ਅੱਖਾਂ ਨਾਲ ਜਦੋਂ ਕੋਈ ਵੀ ਚੀਜ਼ ਦੇਖਦਾ ਹੈ ਤਾਂ 40% ਜਿਹੜਾ ਗਿਆਨ ਉਹਨੂੰ ਦੇਖਣ ਨਾਲ ਆ ਜਾਂਦਾ ਹੈ, 25% ਗਿਆਨ ਜਿਹੜਾ ਕੰਨਾਂ ਨਾਲ ਪ੍ਰਾਪਤ ਕਰਦਾ ਹੈ, ਮਤਲਬ 25% ਜਿਹੜਾ ਗਿਆਨ ਹੈ ਉਹ ਕੰਨਾਂ ਨਾਲ ਪ੍ਰਾਪਤ ਕਰਦਾ ਹੈ ਉਸ ਚੀਜ਼ ਨੂੰ ਸੁਣ ਕੇ, 40% ਗਿਆਨ ਅੱਖਾਂ ਨਾਲ, 25% ਗਿਆਨ ਹੈਗਾ ਜਿਹੜਾ ਉਹ ਕੰਨਾਂ ਨਾਲ ਪ੍ਰਾਪਤ ਕਰਦਾ ਹੈ, 17% ਗਿਆਨ ਹੈਗਾ ਜਿਹੜਾ ਉਹ ਕਿਸੇ ਵੀ ਚੀਜ਼ ਨੂੰ
ਛੋਹਣ ਨਾਲ ਕਰਦਾ ਗਾ, ਜਦੋਂ ਕਿਸੇ ਚੀਜ਼ ਨੂੰ ਛੋਹ ਕੇ ਦੇਖਦਾ ਗਾ, ਕਿਸੇ ਚੀਜ਼ ਨੂੰ ਟੱਚ ਕਰਕੇ ਦੇਖਦਾ ਗਾ, ਛੋਹਣ ਨਾਲ ਕਰਦਾ ਗਾ। 15% ਜਿਹੜੀਆਂ ਉਹਦੀਆਂ ਸ਼ਾਰੀਰਿਕ ਕਿਰਿਆਵਾਂ ਨੇ, 15% ਜਿਹੜੀਆਂ ਉਹਦੀਆਂ ਭਿੰਨ ਸਰੀਰਕ ਕਿਰਿਆਵਾਂ ਹੁੰਦੀਆਂ ਨੇ। ਸਰੀਰਕ ਕਿਰਿਆਵਾਂ ਰਾਹੀਂ ਵੱਖੋ ਵੱਖਰੇ ਜਿਹੜੇ ਤੁਹਾਡੀ ਬਾਡੀ ਲੈਂਗੁਏਜ ਹੈ, ਤੁਹਾਡਾ ਗੈਸਚਰ ਐਂਡ ਪੋਸਚਰ ਹੈ, ਤਾਂ ਉਹਦੇ ਰਾਹੀਂ ਗਿਆਨ ਪ੍ਰਾਪਤ ਕਰਦਾ ਹੈ। ਅਤੇ 3% ਸਵਾਦ, ਉਹ 3% ਜਿਹੜਾ ਗਿਆਨ ਹੈ ਉਹ ਸਵਾਦ ਨਾਲ ਜਾਂ ਫਿਰ ਚੱਖ ਕੇ, ਸਵਾਦ ਜਾਂ ਫਿਰ ਚੱਖ ਕੇ ਪ੍ਰਾਪਤ ਕਰਦਾ ਹੈ ਕਿਸੇ ਵੀ ਚੀਜ਼ ਨੂੰ। ਤਾਂ ਇਹ ਸਾਡੇ ਜਿਹੜੇ ਵਿਦਵਾਨ ਨੇ ਉਹਨਾਂ ਦਾ ਕਹਿਣਾ ਹੈ 40% ਗਿਆਨ ਅੱਖਾਂ ਨਾਲ, 25% ਕੰਨਾਂ ਨਾਲ, 17% ਛੋਹਣ ਨਾਲ ਤੇ 15% ਜਿਹੜਾ ਹੈਗਾ ਉਹ ਭਿੰਨ ਸਰੀਰਕ ਕਿਰਿਆਵਾਂ ਰਾਹੀਂ। ਤੇ ਜਿਹੜਾ 3% ਗਿਆਨ ਹੈ ਉਹ ਸਵਾਦ ਚੱਖ ਕੇ ਜਾਂ ਸੁੰਘ ਕੇ ਜਿਹੜਾ ਉਹ ਗਿਆਨ ਹੈ ਉਹ ਪ੍ਰਾਪਤ ਕਰਦਾ। ਤੇ ਇਸ ਕਰਕੇ ਕਿਹਾ ਗਿਆ ਕਿ ਜਿਹੜੀ ਆਡੀਓ ਵਿਜ਼ੂਅਲ ਅਗਰ ਜਿਹੜੀਆਂ ਏਡਸ ਹੁੰਦੀਆਂ ਨੇ, ਜਿਹੜੀ ਸਾਮੱਗਰੀ ਹੁੰਦੀ ਆ, ਉਹ ਸਾਡੇ ਅਧਿਆਪਨ ਕਾਰਜ ਵਿੱਚ, ਜਿਹੜਾ ਟੀਚਿੰਗ ਲਰਨਿੰਗ ਪ੍ਰੋਸੈਸ ਹੈ ਸਾਡਾ, ਸਿੱਖਣ ਤੇ ਸਿਖਾਉਣ ਦੀ ਕਿਰਿਆ, ਉਹਦੇ ਵਿੱਚ ਬਹੁਤ ਹੀ ਜ਼ਿਆਦਾ ਜਿਹੜੀ ਆਪਦੀ ਭੂਮਿਕਾ ਉਹ ਅਦਾ ਕਰਦੀ ਹੈ। ਤੇ ਹੁਣ ਆਪਾਂ ਗੱਲ ਕਰਦੇ ਹਾਂ, ਇਹਦੇ ਪੁਆਇੰਟ ਟੂ ਪੁਆਇੰਟ ਗੱਲ ਕਰਾਂਗੇ ਕਿ ਇਹਦੇ ਵਿੱਚ ਜਿਹੜੇ ਕਿਸ ਵਜ੍ਹਾ ਨਾਲ, ਇਹਦੇ ਜਾਂ ਕਿਹੜੇ ਰੀਜ਼ਨ ਨਾਲ ਜਿਹੜੀ ਇਹਦੀ ਇੰਪੋਰਟੈਂਸ ਹੈ, ਸਾਨੂੰ ਇਸ ਚੀਜ਼ ਦੀ ਜ਼ਰੂਰਤ ਹੈਗੀ ਆ। ਜਿਹੜੇ ਸਭ ਤੋਂ ਆਪਾਂ ਪਹਿਲੇ ਪੁਆਇੰਟ ਦੀ ਗੱਲ ਕਰਦੇ ਹਾਂ, ਸਿੱਖਣ ਲਈ ਇੰਦਰਿਆਵੀ ਸਹਾਇਤਾ, ਕਿ ਜਦੋਂ ਵੀ ਆਪਾਂ ਸਿੱਖਦੇ ਹਾਂ ਤਾਂ ਸਾਡੀ ਜਿਹੜੀ ਸੈਂਸਰ ਨੇ, ਜਿਹੜੀ ਸਾਡੀ ਸੈਂਸਰ ਪਾਵਰ ਹੈ, ਤਾਂ ਸਾਡੀਆਂ ਸੈਂਸਿਸ ਨੇ ਜਿਹੜੀਆਂ ਉਹ ਬਹੁਤ ਹੀ ਜ਼ਿਆਦਾ ਮਾਇਨੇ ਰੱਖਦੀਆਂ ਨੇ। ਸਿੱਖਣ ਲਈ ਇੰਦਰਿਆਵੀ ਸਹਾਇਤਾ, ਫਸਟ ਪੁਆਇੰਟ ਹੈਗਾ ਸਿੱਖਣ ਲਈ ਇੰਦਰਿਆਵੀ ਸਹਾਇਤਾ। ਜਿਹੜੀਆਂ ਸਾਡੀਆਂ ਸੈਂਸਿਸ ਨੇ ਉਹਨਾਂ ਦੀ ਸਹਾਇਤਾ ਨਾਲ ਸਿੱਖ ਸਕਦੇ ਹਨ। ਸਾਡੀਆਂ ਜਿਹੜੀਆਂ ਇੰਦਰੀਆਂ ਹਨ, ਚਾਹੇ ਸਾਡੀ ਕੋਈ ਵੀ ਇੰਦਰੀ ਹੈ, ਚਾਹੇ ਦੇਖਣ ਦੀ ਹੈਗੀ ਆ, ਚਾਹੇ ਸੁਣਨ ਵਾਸਤੇ, ਚਾਹੇ ਸੁੰਘਣ ਵਾਸਤੇ, ਸਾਡੀਆਂ ਸਾਰੀਆਂ ਸਹਾਇਤਾ ਜਿਹੜੀਆਂ ਇੰਦਰੀਆਂ ਨੇ ਉਹ ਗਿਆਨ ਪ੍ਰਾਪਤੀ ਦਾ ਜਿਹੜਾ ਸਾਧਨ ਨੇ ਜਾਂ ਫਿਰ ਗਿਆਨ ਪ੍ਰਾਪਤੀ ਵਿੱਚ ਸਾਡੀ ਸਹਾਇਤਾ ਕਰਦੀਆਂ ਹਨ। ਇਹ ਇੱਕ ਮਨੋਵਿਗਿਆਨਿਕ ਸੱਚਾਈ ਹੈ ਕਿ ਕਿਸੇ ਵਿਸ਼ੇਸ਼ ਚੀਜ਼ ਨੂੰ ਸਿੱਖਣ ਲਈ ਜੇਕਰ ਇੱਕ ਤੋਂ ਵੱਧ ਗਿਆਨ ਇੰਦਰੀਆਂ ਦੀ ਵਰਤੋਂ ਕੀਤੀ ਜਾਵੇ ਤਾਂ ਜਿਹੜਾ ਉਹ ਗਿਆਨ ਅਸੀਂ ਇੱਕ ਵਧੀਆ ਤਰੀਕੇ ਨਾਲ ਪ੍ਰਾਪਤ ਕਰ ਸਕਦੇ ਹਾਂ। ਤੇ ਉਹਦਾ ਜਿਹੜਾ ਸਾਡੇ ਬੱਚਿਆਂ ਦੇ ਮਨ ਤੇ ਡੂੰਘਾ ਜਿਹੜਾ ਪ੍ਰਭਾਵ ਪੈਂਦਾ ਹੈ, ਡੂੰਘਾ ਤੇ ਜ਼ਿਆਦਾ ਪੱਕਾ ਪ੍ਰਭਾਵ ਪੈਂਦਾ ਹੈ। ਉਹ ਕਿਸੇ ਚੀਜ਼ ਦੀ ਧਾਰਨਾ ਪੱਕੀ ਕਰਨ ਵਾਸਤੇ ਸਪਸ਼ਟ ਤੇ ਉਹਦੀ ਸੌਖੀ ਹੋ ਜਾਵੇਗੀ। ਜਿਹੜੀ ਉਹਦੀ ਧਾਰਨਾ ਆਪਾਂ ਜਾਣਨੀ ਆ, ਉਹਦੇ ਆਪਾਂ ਮੀਨਿੰਗ ਬਾਰੇ ਪਤਾ ਕਰਨਾ, ਉਹਦੀ ਆਪਾਂ ਨੀਡ ਇੰਪੋਰਟੈਂਸ ਬਾਰੇ ਪਤਾ ਕਰਨਾ, ਤਾਂ ਜਦੋਂ ਅਸੀਂ ਉਹਨੂੰ ਪ੍ਰਤੱਖ ਰੂਪ ਵਿੱਚ ਉਹਦਾ ਆਪਣੇ ਲਾਈਵ ਦੇਖ ਲਵਾਂਗੇ, ਉਹਦਾ ਤਾਂ ਉਹ ਚੀਜ਼ਾਂ ਕਿਹੜੀਆਂ ਨੇ, ਜਿਹੜਾ ਉਹਦਾ ਪ੍ਰਭਾਵ ਆ ਉਹ ਸਾਡੇ ਮਨ ਤੇ ਜ਼ਿਆਦਾ ਟਾਈਮ ਤੱਕ ਰਹਿੰਦਾ ਗਾ, ਜ਼ਿਆਦਾ ਟਾਈਮ ਤੱਕ ਅਸੀਂ ਉਸਨੂੰ ਯਾਦ ਰੱਖ ਸਕਦੇ ਹਾਂ। ਇਹ ਸਾਡੀਆਂ ਇੰਦਰੀਆਵੀ, ਜਦੋਂ ਅਸੀਂ ਮਾਧਿਅਮ ਯੂਜ਼ ਕਰਦੇ ਹਾਂ, ਜਦੋਂ ਇੰਦਰੀਆਂ ਨੂੰ ਯੂਜ਼ ਕਰਦੇ ਹਾਂ, ਹਰ ਇੱਕ ਇੰਦਰੀ ਨੂੰ, ਕਿਉਂਕਿ ਆਮ ਤੌਰ ਤੇ ਦੇਖਿਆ ਗਿਆ ਹੈ ਕਿ ਜਦੋਂ ਲੈਕਚਰ ਮੈਥਡ ਚੱਲ ਰਿਹਾ ਹੁੰਦਾ ਉੱਥੇ ਇੱਕੋ ਇੰਦਰੀ ਸਾਡੀ ਜ਼ਿਆਦਾ ਕੰਮ ਕਰ ਰਹੀ ਹੁੰਦੀ ਹੈ ਕਿ ਅਸੀਂ ਉਸ ਚੀਜ਼ ਨੂੰ ਸੁਣ ਰਹੇ ਹੁੰਦੇ ਹਾਂ। ਜੇਕਰ ਨਾਲ ਨਾਲ ਬਲੈਕ ਬੋਰਡ ਦਾ ਜਿਹੜਾ ਪ੍ਰਯੋਗ ਆ ਉਹ ਕੀਤਾ ਜਾ ਰਿਹਾ ਤਾਂ ਸਾਡੀਆਂ ਦੋ ਇੰਦਰੀਆਂ ਨੇ, ਜਿਹੜੀਆਂ ਅੱਖਾਂ ਵੀ ਉੱਥੇ ਕੰਮ ਕਰ ਰਹੀਆਂ ਨੇ ਔਰ ਸਾਡੇ ਜਿਹੜੇ ਕੰਨ ਵੀ ਉੱਥੇ ਕੰਮ ਕਰ ਰਹੇ ਨੇ, ਤੇ ਬੱਚਾ ਨਾਲ ਨਾਲ ਸੁਣ ਰਿਹਾ ਤੇ ਨਾਲ ਨਾਲ ਉਹ ਚੀਜ਼ਾਂ ਨੂੰ ਪੜ੍ਹ ਵੀ ਰਿਹਾ ਗਾ, ਜਿਸ ਨਾਲ ਕਿ ਉਹ ਦੁੱਗਣੀ ਤੇਜ਼ੀ ਨਾਲ ਉਹਨਾਂ ਚੀਜ਼ਾਂ ਨੂੰ ਸਮਝ ਸਕੂਗਾ ਔਰ ਉਹ ਜਿਹੜੀਆਂ ਚੀਜ਼ਾਂ ਨੇ ਉਹ ਵੱਧ ਸਮੇਂ ਤੱਕ ਉਹਨੂੰ ਯਾਦ ਰਹਿਣਗੀਆਂ। ਤੇ ਇਸ ਤੋਂ ਦੇਖਣ ਸੁਣਨ ਦੇ ਸਾਧਨਾਂ ਦੀ ਜਿਹੜੀ ਮਹੱਤਵ ਹੈਗਾ ਉਹ ਸਪਸ਼ਟ ਹੁੰਦਾ ਕਿ ਜਿਵੇਂ ਬਲੈਕ ਬੋਰਡ ਦੇਖਣ ਦਾ ਸਾਧਨ ਹੈ ਤੇ ਜਦੋਂ ਲੈਕਚਰ ਚੱਲ ਰਿਹਾ ਉਹ ਇੱਕ ਸੁਣਨ ਦਾ ਸਾਧਨ ਹੈ, ਤੇ ਜਦੋਂ ਇਹ ਦੋਨੇ ਸੈਂਸਿਸ ਕੰਮ ਕਰ ਰਹੀਆਂ ਨੇ, ਦੇਖਣਾ ਵੀ ਔਰ ਸੁਣਨਾ ਵੀ, ਤਾਂ ਬੱਚਾ ਜਲਦੀ ਸਮਝ ਜਾਏਗਾ। ਤੇ ਇਹ ਉਦਾਹਰਣ ਹੈਗਾ ਸਾਡਾ ਦੇਖਣ ਸੁਣਨ ਦੇ ਸਾਧਨ ਵਿੱਚ। ਅੱਗੇ ਆਪਾਂ ਗੱਲ ਕਰਦੇ ਹਾਂ ਪਾਠ ਵਿੱਚ ਦਿਲਚਸਪੀ ਪੈਦਾ ਕਰਨੀ।
ਪਾਠ ਵਿੱਚ ਦਿਲਚਸਪੀ ਪੈਦਾ ਕਰਨੀ। ਜਦੋਂ ਅਸੀਂ ਇੱਕ ਤੋਂ ਵੱਧ ਜਿਹੜੀਆਂ ਸਮੱਗਰੀਆਂ ਨੇ, ਸਹਾਇਕ ਸਮੱਗਰੀਆਂ ਆਪਾਂ ਯੂਜ਼ ਕਰਦੇ ਹਾਂ, ਤਾਂ ਉਹਦੇ ਨਾਲ ਕੀ ਹੁੰਦਾ ਗਾ, ਬੱਚੇ ਦੀ ਜਿਹੜੀ ਜਿਗਾਸਾ ਹੈਗੀ ਆ ਉਹ ਪਾਠ ਵਿੱਚ ਜ਼ਿਆਦਾ ਹੋ ਜਾਂਦੀ ਹੈ। ਬੱਚਾ ਸੁਣ ਸੁਣ ਕੇ ਬੋਰ ਹੋ ਜਾਂਦਾ ਗਾ, ਉਹਨੂੰ ਲੱਗਦਾ ਕਿ ਇਹ ਰੋਜ਼ ਦਾ ਕੰਮ ਹੋ ਗਿਆ ਕਿ ਰੋਜ਼ ਹੀ ਸੁਣਾਇਆ ਜਾਣਾ। ਪਰ ਜਦੋਂ ਉਹਨੂੰ ਸਮੇਂ-ਸਮੇਂ ਨਾਲ ਉਹਨੂੰ ਕਦੇ ਸੁਣਾਇਆ ਜਾਂਦਾ ਹੈ, ਕਦੇ ਵਿਸ਼ੇ ਵਸਤੂ ਬਾਰੇ ਦਿਖਾਇਆ ਜਾਂਦਾ ਹੈ, ਕਦੇ ਦਿਖਾਇਆ ਵੀ ਜਾਂਦਾ ਔਰ ਸੁਣਾਇਆ ਵੀ ਜਾਂਦਾ ਹੈ, ਤਾਂ ਉਦੋਂ ਜਿਹੜੇ ਬੱਚੇ ਦੀ ਰੁਚੀ ਉਹ ਵਧੇਰੇ ਹੋ ਜਾਂਦੀ ਹੈ ਕਿਸੇ ਵੀ ਪਾਠ ਸਾਮਗਰੀ ਨੂੰ ਸੁਣਨ ਵਿੱਚ ਜਾਂ ਕਿਸੇ ਵੀ ਚੀਜ਼ ਬਾਰੇ ਜਾਣਨ ਲਈ। ਦੇਖਣ ਸੁਣਨ ਦੇ ਸਾਧਨਾਂ ਦੀ ਵਰਤੋਂ ਨਾਲ ਪਾਠ ਵਿੱਚ ਜਿਹੜੀ ਦਿਲਚਸਪੀ ਹੈ ਉਹਨੂੰ ਪੈਦਾ ਕੀਤਾ ਜਾ ਸਕਦਾ ਹੈ, ਕਿਉਂਕਿ ਇਸ ਨਾਲ ਪਾਠ ਵਿੱਚ ਨਵੀਨਤਾ ਤੇ ਵੰਨ-ਸੁਵੰਨਤਾ ਆਉਂਦੀ ਹੈ ਔਰ ਜਿਹੜਾ ਬੱਚਿਆਂ ਦੀ ਜਿਹੜੀ ਐਕਟੀਵਿਟੀ ਹੁੰਦੀ ਆ, ਬੱਚੇ ਜ਼ਿਆਦਾ ਐਕਟਿਵ ਰਹਿੰਦੇ ਨੇ ਕਿਸੇ ਵੀ ਚੀਜ਼ ਨੂੰ ਸਿੱਖਣ ਵਿੱਚ। ਇਸ ਵਿੱਚ ਵਿਦਿਆਰਥੀਆਂ ਦੇ ਕੰਨਾਂ ਵਿੱਚ ਵੀ ਤੇ ਮਨਾਂ ਵਿੱਚ ਵੀ ਉਤਸੁਕਤਾ ਪੈਦਾ ਹੁੰਦੀ ਹੈ ਉਸ ਚੀਜ਼ ਨੂੰ ਜਾਣਨ ਵਾਸਤੇ। ਤਾਂ ਕਰਕੇ ਜਿਹੜੇ ਦੇਖਣ ਸੁਣਨ ਦੇ ਸਾਧਨ ਹਨ ਉਹ ਪਾਠ ਵਿੱਚ ਬੱਚੇ ਦੀ ਦਿਲਚਸਪੀ ਵੀ ਪੈਦਾ ਕਰਦੇ ਹਨ। ਅੱਗੇ ਆਪਾਂ ਗੱਲ ਕਰਦੇ ਹਾਂ ਪ੍ਰਤੱਖ ਅਨੁਭਵ ਦਾ ਬਦਲ। ਪ੍ਰਤੱਖ ਅਨੁਭਵ ਦਾ ਬਦਲ। ਪ੍ਰਤੱਖ ਅਨੁਭਵ ਦਾ ਬਦਲ ਦਾ ਮਤਲਬ ਹੈਗਾ ਐਕਟ ਐਜ਼ ਸਬਸਟੀਟਿਊਟ ਫॉर ਅ ਡਾਇਰੈਕਟ ਐਕਸਪੀਰੀਅੰਸ, ਕਿ ਜਦੋਂ ਅਸੀਂ ਕਿਸੇ ਵੀ ਚੀਜ਼ਾਂ ਨੂੰ, ਬੱਚੇ ਨੂੰ ਕੋਈ ਚੀਜ਼ਾਂ ਪ੍ਰਤੱਖ ਦਿਖਾਉਂਦੇ ਹਾਂ, ਬੱਚੇ ਨੂੰ ਉਹਦਾ ਇੱਕ ਐਕਸਪੀਰੀਅੰਸ ਕਰਵਾਉਂਦੇ ਹਾਂ, ਤਾਂ ਉਦੋਂ ਬੱਚਾ ਬਹੁਤ ਜਲਦੀ ਤਰੀਕੇ ਨਾਲ ਸਿੱਖ ਜਾਂਦਾ। ਪਰ ਕਈ ਵਾਰ ਇਹ ਹੁੰਦਾ ਗਾ ਕਿ ਸਾਡੇ ਕੋਲ ਉਹ ਸਿਚੁਏਸ਼ਨ ਨਹੀਂ ਪੈਦਾ ਕੀਤੀ ਜਾ ਸਕਦੀ ਕਿ ਅਸੀਂ ਬੱਚੇ ਨੂੰ ਹਰ ਇੱਕ ਚੀਜ਼ ਹੈਗੀ ਆ ਜਿਹੜੀ ਉਹ ਪ੍ਰਤੱਖ ਰੂਪ ਨਾਲ ਦਿਖਾ ਕੇ ਉਹਨੂੰ ਜਿਹੜਾ ਇੱਕ ਡਾਇਰੈਕਟ ਐਕਸਪੀਰੀਅੰਸ ਕਰਵਾ ਸਕੀਏ। ਪ੍ਰਤੱਖ ਅਨੁਭਵ ਤੱਕ ਪਹੁੰਚ ਕਰਨੀ ਹਮੇਸ਼ਾ ਸਾਡੇ ਵੱਸ ਵਿੱਚ ਨਹੀਂ ਹੁੰਦੀ, ਹਮੇਸ਼ਾ ਉਹ ਸੰਭਵ ਨਹੀਂ ਹੋ ਸਕਦਾ, ਤੇ ਵਿਦਿਆਰਥੀਆਂ ਨੂੰ ਪ੍ਰਤੱਖ ਵਸਤੂ ਤੱਕ ਲੈ ਕੇ ਜਾਣਾ ਜਦੋਂ ਸੰਭਵ ਨਹੀਂ ਹੁੰਦਾ, ਉਦੋਂ ਅਸੀਂ ਜਿਹੜੇ ਸਹਾਇਕ ਸਮੱਗਰੀਆਂ ਹੁੰਦੀਆਂ ਨੇ, ਵੇਖਣ ਸੁਣਨ ਦੀਆਂ ਜਿਹੜੀਆਂ ਸਹਾਇਕ ਸਮੱਗਰੀਆਂ ਨੇ ਉਹਦੀ ਵਰਤੋਂ ਜਿਹੜੀ ਉਹ ਆਮ ਤੌਰ ਤੇ ਕਰਦੇ ਹਾਂ। ਜਿਵੇਂ ਆਪਾਂ ਪਹਿਲਾਂ ਉਦਾਹਰਣ ਦੀ ਗੱਲ ਕੀਤੀ ਸੀਗੀ ਕਿ ਤਾਜ ਮਹਿਲ, ਜੇਕਰ ਬੱਚਿਆਂ ਨੂੰ ਆਪਾਂ ਤਾਜ ਮਹਿਲ ਬਾਰੇ ਦੱਸ ਰਹੇ ਹਾਂ ਤਾਂ ਸਾਡੇ ਲਈ ਪੋਸੀਬਲ ਨਹੀਂ ਹੈ ਕਿ ਅਸੀਂ ਤਾਜ ਮਹਿਲ ਕਲਾਸਰੂਮ ਵਿੱਚ ਲੈ ਕੇ ਆਈਏ ਜਾਂ ਉਸੇ ਟਾਈਮ ਆਪਾਂ ਬੱਚਿਆਂ ਨੂੰ ਜਿਹੜਾ ਹੈਗਾ ਤਾਜ ਮਹਿਲ ਵਿੱਚ ਲੈ ਕੇ ਜਾਈਏ, ਤੇ ਉਹ ਪ੍ਰਤੱਖ ਅਨੁਭਵ ਦਾ ਬਦਲ ਅਸੀਂ ਅਪ੍ਰਤੱਖ ਅਨੁਭਵ ਨਾਲ ਕਰ ਦਿੰਦੇ ਹਾਂ। ਜਿਵੇਂ ਕਿ ਅਸੀਂ ਉਹਦੀ ਫੋਟੋ ਵੀ ਦਿਖਾ ਸਕਦੇ ਹਾਂ। ਜਿਵੇਂ ਜਿਹੜੀਆਂ ਆਡੀਓ ਵਿਜ਼ੂਅਲ ਏਡਸ ਨੇ, ਤਾਂ ਜਿਵੇਂ ਆਪਾਂ ਕੋਈ ਵੀਡੀਓ ਵਗੈਰਾ ਚਲਾ ਕੇ ਬੱਚੇ ਨੂੰ, ਪ੍ਰੋਜੈਕਟਰ ਤੇ ਵੀਡੀਓ ਵਗੈਰਾ ਚਲਾ ਕੇ ਅਸੀਂ ਬੱਚੇ ਨੂੰ ਜਿਹੜਾ ਤਾਜ ਮਹਿਲ ਦੇ ਹਰ ਇੱਕ ਪਾਰਟ ਦੀ ਜਿਹੜੀ ਅਸੀਂ ਜਾਣਕਾਰੀ ਦੇ ਸਕਦੇ ਹਾਂ, ਉਹਦੀ ਐਂਟਰੀ ਕਿਵੇਂ, ਅੰਦਰ ਤਾਜ ਮਹਿਲ ਦੇ ਤਰੀਕੇ ਨੇ, ਕਿਵੇਂ ਦੀਆਂ ਜਿਹੜੀਆਂ ਉੱਥੇ ਐਕਸਪੀਰੀਅੰਸ ਹੁੰਦੇ ਨੇ, ਉਹ ਸਾਰੀਆਂ ਚੀਜ਼ਾਂ ਅਸੀਂ ਜਿਹੜਾ ਪ੍ਰਤੱਖ ਅਨੁਭਵਾਂ ਦੁਆਰਾ ਦੇ ਸਕਦੇ ਹਾਂ। ਭੂਗੋਲ ਪੜ੍ਹਨ ਲਈ ਵਿਦਿਆਰਥੀ ਜਿਵੇਂ ਸਾਰੀ ਦੁਨੀਆ ਨਹੀਂ ਘੁੰਮ ਸਕਦੇ, ਤਾਂ ਜਿਹੜੀ ਭੂਗੋਲ ਦੀ ਜਾਣਕਾਰੀ ਹੈ ਉਹ ਵੇਖਣ ਸੁਣਨ ਦੇ ਜਿਹੜੇ ਸਾਧਨ ਹੈ ਉਹਨਾਂ ਲਈ ਅਸੀਂ ਪੂਰੀ ਕਰ ਦਿੰਦੇ ਹਾਂ। ਜਿਵੇਂ ਮੈਪ ਦੀ ਗੱਲ ਕਰਦੇ ਅਸੀਂ, ਮੈਪ ਰਾਹੀਂ ਅਸੀਂ ਜਿਹੜੇ ਵੱਖ-ਵੱਖ ਦੇਸ਼ਾਂ ਦੇ ਅਸੀਂ ਭੂਗੋਲਿਕ ਸਥਿਤੀ ਬਾਰੇ ਦੱਸ ਸਕਦੇ ਹਾਂ। ਗਲੋਬ ਰਾਹੀਂ ਅਸੀਂ ਜਿਹੜੇ ਪੂਰੇ ਵਰਲਡ ਦੀ ਸਥਿਤੀ ਹੈ ਉਹਦੇ ਬਾਰੇ ਅਸੀਂ ਜਾਣਕਾਰੀ ਦੇ ਸਕਦੇ ਹਾਂ। ਤਾਂ ਇਸੇ ਤਰੀਕੇ ਨਾਲ ਉਹ ਪ੍ਰਤੱਖ ਅਨੁਭਵ ਦਾ ਬਦਲ ਹੋ ਜਾਂਦਾ, ਉਹ ਇੱਕ ਐਕਸਚੇਂਜ ਹੋ ਜਾਂਦਾ, ਉਹਦਾ ਇੱਕ ਸਬਸਟੀਟਿਊਟ ਮਿਲ ਜਾਂਦਾ ਸਾਨੂੰ ਕਿ ਅਸੀਂ ਜਿਹੜੀਆਂ ਚੀਜ਼ਾਂ ਪੋਸੀਬਲ ਨਹੀਂ ਆ ਸਾਡੇ ਲਈ ਉਹ ਡਾਇਰੈਕਟ ਐਕਸਪੀਰੀਅੰਸ ਕਰਨ ਦਾ, ਤਾਂ ਅਸੀਂ ਤਾਂ ਇਨਡਾਇਰੈਕਟਲੀ ਜਿਹੜਾ ਐਕਸਪੀਰੀਅੰਸ ਆ ਉਹ ਆਪਣੇ ਸਟੂਡੈਂਟਸ ਨੂੰ ਕਰਵਾ ਸਕਦੇ ਹਾਂ। ਅੱਗੇ ਆਪਾਂ ਗੱਲ ਕਰਦੇ ਹਾਂ ਮੰਦ ਬੁੱਧੀ ਵਾਲੇ ਵਿਦਿਆਰਥੀਆਂ ਲਈ ਸਹਾਇਕ। ਮੰਦ ਬੁੱਧੀ ਵਾਲੇ ਵਿਦਿਆਰਥੀਆਂ ਲਈ ਸਹਾਇਕ। ਹੁਣ ਜੋ ਮੰਦ ਬੁੱਧੀ ਬੱਚੇ ਹੁੰਦੇ ਨੇ, ਸਾਨੂੰ ਪਤਾ ਕਿ ਉਹਨਾਂ ਦੀ ਜਿਹੜੀ ਸੋਚਣ ਸਮਝਣ ਦੀ ਜਿਹੜੀ ਤਾਕਤ ਹੁੰਦੀ ਆ ਉਹਨਾਂ ਦੀ ਜਿਹੜੀ ਆਮ ਬੱਚੇ ਹੁੰਦੇ ਨੇ, ਜਿਹੜੇ ਨਾਰਮਲ ਸਟੂਡੈਂਟਸ ਹੁੰਦੇ ਨੇ ਉਹਨਾਂ ਨਾਲੋਂ ਘੱਟ ਹੁੰਦੀ ਆ, ਤੇ ਉਹਨਾਂ ਨੂੰ ਹਰ ਇੱਕ ਚੀਜ਼ ਸਮਝਣ ਲਈ ਬਹੁਤ ਹੀ ਜ਼ਿਆਦਾ ਦੇਰ ਲੱਗਦੀ ਹੈ, ਬਹੁਤ ਜ਼ਿਆਦਾ ਐਫਰਟ ਕਰਨੇ ਪੈਂਦੇ ਨੇ, ਟੀਚਰਸ ਨੂੰ ਵੀ ਐਫਰਟ ਕਰਨੇ ਪੈਂਦੇ ਨੇ ਬੱਚਿਆਂ ਨੂੰ ਸਮਝਾਉਣ ਲਈ, ਤੇ ਬੱਚਿਆਂ ਨੂੰ ਸਮਝਣ ਲਈ ਜਿਹੜੇ ਐਫਰਟ ਨੇ ਉਹ ਕਰਨੇ ਪੈਂਦੇ ਨੇ। ਔਸਤ ਤੋਂ ਘੱਟ ਬੁੱਧੀ ਵਾਲੇ ਜਿਹੜੇ ਸਿੱਖਿਆਰਥੀ ਹੁੰਦੇ ਨੇ ਜਾਂ ਵਿਦਿਆਰਥੀ ਹੁੰਦੇ ਨੇ, ਜਵਾਨੀ ਜਾਂ ਫਿਰ ਉਹ ਲੈਕਚਰ ਦੀ ਜਿਹੜੀ ਵਿਧੀ ਹੁੰਦੀ ਆ ਉਹਨਾਂ ਨਾਲ ਉਹ ਵਿਸ਼ੇ ਵਸਤੂ ਚੰਗੀ ਤਰ੍ਹਾਂ ਨਹੀਂ ਸਮਝ ਸਕਦੇ, ਉਹ ਖਿਆਲਾਂ ਦੇ ਨਾਲ ਚੱਲ ਵੀ ਨਹੀਂ ਸਕਦੇ ਜੋ ਆਪਾਂ ਬੱਚੇ ਨੂੰ ਕਰਵਾ ਰਹੇ ਹਾਂ। ਤਾਂ
ਉਹ ਅਗਰ ਅਸੀਂ ਉਹਨੂੰ 10 ਚੀਜ਼ਾਂ ਦੱਸੀਆਂ ਨੇ ਤਾਂ ਹੋ ਸਕਦਾ ਉਹਨਾਂ ਵਿੱਚੋਂ 10 ਗੱਲਾਂ ਵਿੱਚੋਂ ਸਿਰਫ ਉਹਨਾਂ ਨੂੰ 2 ਗੱਲਾਂ ਦੀ ਹੀ ਸਮਝ ਆਈ ਔਰ 2 ਗੱਲਾਂ ਹੀ ਉਹਨਾਂ ਨੂੰ ਯਾਦ ਰਹਿੰਦੀਆਂ ਨੇ, ਤੇ ਇਸ ਕਰਕੇ ਉਹ ਕਾਫੀ ਪਿਛੜ ਜਾਂਦੇ ਨੇ ਫਿਰ ਆਪਣੇ ਦੂਸਰੇ ਜਿਹੜੇ ਉਹਨਾਂ ਦੇ ਕਲਾਸਮੇਟਸ ਹੁੰਦੇ ਨੇ, ਦੂਸਰੇ ਜਿਹੜੇ ਉਹਨਾਂ ਦੇ ਜਮਾਤ ਦੇ ਵਿਦਿਆਰਥੀ ਹੁੰਦੇ ਨੇ ਉਹਨਾਂ ਤੋਂ ਕਾਫੀ ਪਿਛੜ ਜਾਂਦੇ ਨੇ। ਤਾਂ ਜਿਹੜੇ ਦੇਖਣ ਤੇ ਸੁਣਨ ਦੇ ਸਾਧਨ ਨੇ ਇੱਕ ਸਥੂਲ ਸਾਧਨ ਮੰਨੇ ਗਏ ਹੈ ਨੇ, ਜਿਹਦੀ ਸਹਾਇਤਾ ਨਾਲ ਕਿ ਮੰਦ ਜਿਹੜੇ ਬੁੱਧੀ ਦੇ ਵਿਦਿਆਰਥੀ ਹੁੰਦੇ ਨੇ ਉਹਨਾਂ ਨੂੰ ਸੌਖੀ ਤਰ੍ਹਾਂ ਤੇ ਜਲਦੀ ਸਿੱਖਣ ਵਿੱਚ ਜਿਹੜੀ ਸਹਾਇਤਾ ਉਹ ਪ੍ਰਾਪਤ ਹੋ ਸਕਦੀ ਹੈ। ਉਹ ਸੇਮ ਚੀਜ਼ ਆ ਜਾਂਦੀ ਹੈ ਜਿਵੇਂ ਆਪਾਂ ਗੱਲ ਕਰਦੇ ਹਾਂ ਕਿ ਜਿਹੜੇ ਕੋਈ ਟੌਪਿਕ ਆਪਾਂ ਲੈ ਲੈਂਦੇ ਹਾਂ ਕੋਈ ਵੀ, ਜਿਵੇਂ ਆਪਾਂ ਫੁੱਲ ਦੇ ਜਿਹੜਾ ਇੱਕ ਪੌਦਾ ਹੈ ਉਹਦੇ ਭਾਗ ਬਾਰੇ ਗੱਲ ਕਰਦੇ ਹਾਂ, ਕਿਹੜੇ ਕਿਹੜੇ ਉਹਦੇ ਪਾਰਟ ਹੁੰਦੇ ਨੇ, ਪਾਰਟਸ ਆਫ ਆਪਾਂ ਪਲਾਂਟ ਦੀ ਗੱਲ ਕਰਦੇ ਹਾਂ। ਤਾਂ ਜੇਕਰ ਅਸੀਂ ਬੱਚਿਆਂ ਨੂੰ ਵੈਸੇ ਹੀ ਦੱਸਾਂਗੇ ਕਿ ਉਹਦਾ ਜੜ ਵਾਲਾ ਪਾਰਟ ਹੈ, ਫੁੱਲ ਵਾਲਾ ਪਾਰਟ ਹੈ, ਪੱਤੀਆਂ ਟਹਿਣੀਆਂ, ਤਾਂ ਉਹ ਵਿਦਿਆਰਥੀ ਨੂੰ ਉਹ ਚੀਜ਼ਾਂ ਨੇ ਜਿਹੜੀਆਂ ਹੌਲੀ ਹੌਲੀ ਯਾਦ ਆਉਣਗੀਆਂ। ਜੇਕਰ ਅਸੀਂ ਉਹਦਾ ਲਾਈਵ ਉਹਨੂੰ ਦਿਖਾ ਦੇਵਾਂਗੇ ਤਾਂ ਉਹ ਚੀਜ਼ਾਂ ਬੱਚੇ ਨੂੰ ਜਿਹੜੀਆਂ ਉਹ ਜਲਦੀ ਸਮਝ 'ਚ ਆ ਜਾਣਗੀਆਂ ਔਰ ਉਹਨਾਂ ਦੀ ਜਿਹੜੀ ਡੂੰਘਾਈ ਨਾਲ ਸਮਝ 'ਚ ਆਉਣਗੀਆਂ। ਸਿਰਫ ਆਪਾਂ ਓਰਲੀ ਉਹਨੂੰ ਬੋਲ ਕੇ ਦੱਸਦੇ ਹਾਂ ਤਾਂ ਉਹ ਬੱਚਾ ਥੋੜਾ ਕਨਫਿਊਜ਼ ਹੋ ਜਾਊਗਾ, ਉਸ ਚੀਜ਼ਾਂ ਉਹਨੂੰ ਜਿਹੜੀਆਂ ਇੱਕ ਗ੍ਰਹਿਣ ਕਰਨ 'ਚ ਗ੍ਰਸਤ ਕਰਨ 'ਚ ਨਾ ਉਹਨੂੰ ਬੜੀ ਦਿੱਕਤ ਆਊਗੀ। ਅਗਰ ਅਸੀਂ ਉਹਨੂੰ ਪ੍ਰਤੱਖ ਰੂਪ ਨਾਲ ਕੋਈ ਪ੍ਰਤੱਖ ਉਹਦੇ ਜਿਹੜੇ ਚੀਜ਼ਾਂ ਨੇ, ਉਹਦੇ ਜਿਹੜੇ ਸਾਧਨ ਨੇ ਉਹਨਾਂ ਦੀ ਵਰਤੋਂ ਕਰਕੇ ਉਹਨਾਂ ਨੂੰ ਬੜੀ ਚੰਗੀ ਤਰੀਕੇ ਨਾਲ ਤੇ ਬੜੇ ਸੌਖੇ ਤਰੀਕੇ ਨਾਲ ਅਸੀਂ ਜਾਣਕਾਰੀ ਦੇ ਸਕਦੇ ਹਾਂ। ਅੱਗੇ ਆਪਾਂ ਗੱਲ ਕਰਦੇ ਹਾਂ ਪ੍ਰਭਾਵਸ਼ਾਲੀ ਸਿੱਖਿਆ। ਪ੍ਰਭਾਵਸ਼ਾਲੀ ਸਿੱਖਿਆ, ਦੇਖੋ ਸਿੱਖਿਆ ਨੂੰ ਜਿੰਨਾ ਜ਼ਿਆਦਾ ਪ੍ਰਭਾਵਸ਼ਾਲੀ ਬਣਾਇਆ ਜਾਵੇ ਉਨਾ ਹੀ ਜਲਦੀ ਬੱਚਿਆਂ ਨੂੰ ਸਮਝ ਆਉਂਦੀ ਹੈ ਔਰ ਉਨੇ ਹੀ ਜਿਹੜੇ ਘੱਟ ਐਫਰਟ ਨੇ ਉਹ ਟੀਚਰ ਨੂੰ ਕਰਨੇ ਪੈਂਦੇ ਨੇ। ਸਿਰਫ ਉਹਨੂੰ ਐਫਰਟ ਉਹਨੂੰ ਪ੍ਰਭਾਵਸ਼ਾਲੀ ਬਣਾਉਣ ਵਾਸਤੇ ਜ਼ੋਰ ਲਾਉਣਾ ਪੈਂਦਾ ਗਾ। ਤੇ ਇਸ ਨਾਲ ਕੀ ਹੁੰਦਾ ਗਾ, ਜਦੋਂ ਅਸੀਂ ਆਪਣੇ ਟੀਚਿੰਗ ਨੂੰ ਪ੍ਰਭਾਵਸ਼ਾਲੀ ਕਰਨ ਲਈ ਵਿੱਚ ਆਡੀਓ ਵਿਜ਼ੂਅਲ ਏਡਸ ਜਿਹੜੀਆਂ ਦੇਖਣ ਸੁਣਨ ਦੀਆਂ ਸਾਮੱਗਰੀਆਂ ਨੇ ਉਹਦੀ ਵਰਤੋਂ ਕਰਦੇ ਹਾਂ ਤੇ ਜਿਹੜੇ ਸਾਡਾ ਅਧਿਆਪਨ ਹੈ ਉਹ ਆਟੋਮੈਟਿਕਲੀ ਪ੍ਰਭਾਵਸ਼ਾਲੀ ਬਣ ਜਾਂਦਾ ਹੈ। ਪ੍ਰਭਾਵਸ਼ਾਲੀ ਜਦੋਂ ਬਣਦਾ ਹੈ ਤਾਂ ਉਹਦੇ ਵਿੱਚ ਜਿਹੜਾ ਅਧਿਆਪਨ ਪ੍ਰਕਿਰਿਆ ਉਹ ਸਰਲ ਹੋ ਜਾਂਦੀ ਹੈ, ਸਪਸ਼ਟ ਤੇ ਰੋਚਕ ਹੋ ਜਾਂਦੀ ਹੈ, ਜਿਹਦੇ ਨਾਲ ਕਿ ਵਿਦਿਆਰਥੀ ਜਿਹੜਾ ਆਪਣਾ ਇੰਟਰਸਟ ਉਹ ਪੜ੍ਹਾਈ ਵਿੱਚ ਜ਼ਿਆਦਾ ਦੇਣ ਲੱਗਦੇ ਨੇ। ਜਦੋਂ ਜ਼ਿਆਦਾ ਇੰਟਰਸਟ ਹੁੰਦਾ ਬੱਚਿਆਂ ਨੂੰ ਪੜ੍ਹਾਈ ਵਿੱਚ ਤੇ ਜਿਹੜੀਆਂ ਉਹ ਵਿਸ਼ਾ ਵਸਤੂ ਉਹ ਜਲਦੀ ਜਿਹੜੀ ਸਮਝਣ ਦੀ ਜਾਂ ਫਿਰ ਉਹਨਾਂ ਦੀ ਸਮਝਣ ਦੀ ਜਿਹੜੀ ਪ੍ਰਕਿਰਿਆ ਉਹ ਤੇਜ਼ ਹੋ ਜਾਂਦੀ ਹੈ। ਤਾਂ ਅੱਗੇ ਆਪਾਂ ਗੱਲ ਕਰਾਂਗੇ ਵਿਦਿਆਰਥੀਆਂ ਨੂੰ ਚੁਸਤ ਤੇ ਕਿਰਿਆਸ਼ੀਲ ਬਣਾਉਣ ਦੇ ਸਾਧਨ। ਵਿਦਿਆਰਥੀਆਂ ਨੂੰ ਚੁਸਤ ਤੇ ਕਿਰਿਆਸ਼ੀਲ ਬਣਾਉਣ ਦੇ ਸਾਧਨ। ਅਕਸਰ ਹੀ ਮੰਨਿਆ ਜਾਂਦਾ ਹੈ ਕਿ ਜਿਹੜੀ ਆਡੀਓ ਵਿਜ਼ੂਅਲ ਏਡਸ ਨੇ ਉਹ ਵਿਦਿਆਰਥੀਆਂ ਨੂੰ ਚੁਸਤ ਤੇ ਕਿਰਿਆਸ਼ੀਲ ਬਣਾਉਂਦੀਆਂ ਨੇ। ਪਾਠ ਪੁਸਤਕ ਜਾਂ ਲੈਕਚਰ ਵਿਧੀ ਨਾਲ ਪੜ੍ਹਾਈ ਕਰਨ ਨਾਲ ਵਿਦਿਆਰਥੀ ਸੁਸਤ ਹੋ ਜਾਂਦੇ ਨੇ, ਉਹ ਚੁੱਪਚਾਪ ਦਰਸ਼ਕ ਬਣ ਕੇ ਸੁਣਦੇ ਰਹਿੰਦੇ ਨੇ। ਜਦੋਂ ਅਧਿਆਪਕ ਆਪਣਾ ਲੈਕਚਰ ਦੇ ਰਿਹਾ ਹੁੰਦਾ ਕਲਾਸ ਵਿੱਚ ਤੇ ਵਿਦਿਆਰਥੀ ਸਾਰੇ ਬਿਲਕੁਲ ਚੁੱਪਚਾਪ ਹੋ ਕੇ ਬੈਠੇ ਰਹਿੰਦੇ ਨੇ ਤੇ ਉਹ ਸੁਣਦੇ ਰਹਿੰਦੇ ਨੇ। ਤਾਂ ਉਹਦੇ ਵਿੱਚ ਲਗਭਗ ਕੀ ਹੁੰਦਾ, ਜਿਵੇਂ ਆਪਾਂ ਪਹਿਲੇ ਹੀ ਕਿਹਾ ਸੀਗਾ ਦੇਖਿਆ ਸੀਗਾ ਕਿ ਸਿਰਫ 25% ਜਿਹੜਾ ਗਿਆਨ ਉਹ ਬੱਚਿਆਂ ਤੱਕ ਪਹੁੰਚਦਾ, ਬਾਕੀ 75% ਗਿਆਨ ਜਿਹੜਾ ਹੈਗਾ ਉਹ ਮਿਸ ਹੋ ਜਾਂਦਾ ਗਾ। ਤੇ ਜਦੋਂ ਫਿਰ ਆਪਾਂ ਆਪਦੀ ਤਰਫ ਤੋਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਬੱਚਿਆਂ ਨੂੰ 100% ਗਿਆਨ ਦਈਏ ਪਰ ਫਿਰ ਉਹਦਾ ਜਿਹੜਾ ਅਸਰ ਹੁੰਦਾ ਗਾ ਉਹ ਸਿਰਫ 25% ਰਹਿ ਜਾਂਦਾ ਗਾ ਤੇ ਅਧਿਆਪਨ ਕਿਰਿਆ ਜਿਹੜੀ ਇਹ ਪ੍ਰਭਾਵਸ਼ਾਲੀ ਨਹੀਂ ਮੰਨੀ ਜਾਂਦੀ। ਤਾਂ ਫਿਰ ਜਦੋਂ ਅਸੀਂ ਸਹਾਇਕ ਸਮੱਗਰੀ ਦਾ ਪ੍ਰਯੋਗ ਕਰਦੇ ਹਾਂ, ਬੱਚਿਆਂ ਨੂੰ ਨਾਲ ਨਾਲ ਬਲੈਕ ਬੋਰਡ ਤੇ ਲਿਖ ਕੇ ਦਿਖਾਉਣੇ ਆ ਜਾਂ ਫਿਰ ਨਾਲ ਨਾਲ ਉਹਦਾ ਯੂਜ਼ ਕੀਤਾ ਜਾਂਦਾ ਹੈਗਾ ਚਾਰਟ ਦਾ ਜਾਂ ਫਲੈਸ਼ ਕਾਰਡ ਦਾ ਜਾਂ ਹੋਰ ਤਸਵੀਰਾਂ ਦਾ ਪ੍ਰੋਜੈਕਟਰ ਦਾ, ਤਾਂ ਉਹਦੇ ਨਾਲ ਕੀ ਹੁੰਦਾ ਗਾ ਵਿਦਿਆਰਥੀ ਥੋੜੇ ਚੁਸਤ ਤੇ ਕਿਰਿਆਸ਼ੀਲ ਰਹਿੰਦੇ ਨੇ। ਵਿਦਿਆਰਥੀਆਂ ਦੀ ਜਿਹੜੀ ਜਿਗਾਸਾ ਗੀ ਉਹ ਵਿਸ਼ੇ ਵਸਤੂ ਨੂੰ ਸਮਝਣ ਵਿੱਚ ਬਣੀ ਰਹਿੰਦੀ ਹੈ ਤੇ ਇਹਦੇ ਨਾਲ ਕੀ ਹੁੰਦਾ ਗਾ ਉਹਨਾਂ ਦੀਆਂ ਸਾਰੀਆਂ ਜਿਹੜੀਆਂ ਗਿਆਨ ਇੰਦਰੀਆਂ ਨੇ ਉਹ ਐਕਟਿਵ ਰਹਿੰਦੀਆਂ ਨੇ, ਚੁਸਤ ਤੇ ਉਹ ਤੇਜ਼ ਰਹਿੰਦੀਆਂ ਨੇ, ਜਿਸ ਕਰਕੇ ਕਿ ਵਿਦਿਆਰਥੀ ਦਾ ਜਿਹੜਾ ਇੱਕ ਤਾਂ ਉਹ ਚੁਸਤ ਬਣ ਜਾਂਦੇ ਨੇ, ਦੂਜਾ ਐਕਟਿਵ ਵੀ ਰਹਿੰਦੇ ਨੇ। ਉਹ ਆਪਣੀਆਂ ਜਿਹੜੀਆਂ ਡਾਊਟਸ ਹੁੰਦੇ ਨੇ ਆਪਣੇ ਜਿੱਥੇ ਕਿਤੇ ਉਹਨਾਂ ਨੂੰ ਲੱਗਦਾ ਕਿ ਕੋਈ ਚੀਜ਼ ਉਹਨਾਂ ਨੂੰ ਸਮਝ ਨਹੀਂ ਆ ਰਹੀ ਤਾਂ ਉਹ ਚੀਜ਼ ਵੀ ਕੀ ਆ ਹਮੇਸ਼ਾ ਪੁੱਛਣ ਦੀ ਕੋਸ਼ਿਸ਼ ਕਰਦੇ ਨੇ ਤੇ ਬੜਾ ਹੀ ਇੱਕ ਜਿਹੜੇ ਜਿਗਾਸਾ ਭਰਿਆ ਤਰੀਕੇ ਨਾਲ ਉਹ ਜਿਹੜਾ ਗਿਆਨ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਨੇ ਤੇ ਜਿਹੜੀ ਬਹੁਤ ਹੀ ਵਧੀਆ ਸਾਡੀ ਇੱਕ
ਹੁੰਦੀ ਆ, ਪ੍ਰਾਪਤੀ ਹੁੰਦੀ ਆ ਵਿਦਿਆਰਥੀਆਂ ਨੂੰ ਚੁਸਤ ਤੇ ਕਿਰਿਆਸ਼ੀਲ ਬਣਾਉਣਾ। ਕਿਉਂਕਿ ਜਿਹੜਾ ਸਾਡਾ ਲੈਕਚਰ ਮੈਥਡ ਇੱਕ ਟ੍ਰੈਡੀਸ਼ਨਲ ਜਿਹੜਾ ਇਹ ਮੈਥਡ ਹੈ ਸਾਡਾ ਟੀਚਿੰਗ ਦਾ, ਜਿਹਨੂੰ ਬਹੁਤ ਜ਼ਿਆਦਾ ਇਫੈਕਟਿਵ ਨਹੀਂ ਮੰਨਿਆ ਜਾ ਸਕਦਾ। ਹੁਣ ਜਿਵੇਂ ਸਮੇਂ ਦੀ ਮੰਗ ਦੇ ਅਨੁਸਾਰ ਸਾਡੇ ਜਿਹੜੇ ਕਰਿਕੂਲਮ 'ਚ ਨਿਤ ਚੇਂਜ ਹੁੰਦੇ ਆ ਰਹੇ ਨੇ, ਜਿਹੜਾ ਸਾਡਾ ਸਿਲੇਬਸ ਹੈ ਕਿਤੇ ਜ਼ਿਆਦਾ ਜਿਹੜਾ ਉਹ ਵਿਸ਼ਾਲ ਹੋ ਚੁੱਕਿਆ ਪਹਿਲਾਂ ਨਾਲੋਂ, ਤੇ ਉਸ ਦੀ ਜ਼ਰੂਰਤਾਂ ਨੂੰ ਪੂਰੇ ਕਰਨ ਲਈ ਸਾਨੂੰ ਜਿਹੜੀਆਂ ਆਡੀਓ ਵਿਜ਼ੂਅਲ ਏਡ ਦੀ ਬਹੁਤ ਜ਼ਿਆਦਾ ਜ਼ਰੂਰਤ ਰਹਿੰਦੀ ਹੈ ਵਿਦਿਆਰਥੀਆਂ ਨੂੰ ਇੱਕ ਚੰਗੇ ਤਰੀਕੇ ਨਾਲ ਜਿਹੜੀ ਸਿੱਖਿਆ ਦੇਣ ਲਈ। ਤਾਂ ਜਿਹੜਾ ਆਪਣਾ ਹੀ ਟੌਪਿਕ ਸਟਾਰਟ ਕੀਤਾ ਆਪਾਂ ਆਡੀਓ ਵਿਜ਼ੂਅਲ ਏਡਸ ਦੀਆਂ, ਤਾਂ ਸਾਡਾ ਲੈਕਚਰ ਵਿੱਚ ਆਪਾਂ ਇਸ ਵਿੱਚ 6 ਪੁਆਇੰਟ ਕਲੀਅਰ ਕਰ ਪਾਏ ਆ। ਜਿਹੜੇ ਨੈਕਸਟ ਪੁਆਇੰਟ ਸਾਡੇ ਬਚ ਗਏ ਆ ਹੋਰ ਕਿ ਕਿਹੜੀਆਂ ਜਗ੍ਹਾ ਤੇ ਜਿਹੜੀ ਨੀਡ ਤੇ ਇੰਪੋਰਟੈਂਸ ਹੈ ਸਾਨੂੰ ਆਡੀਓ ਵਿਜ਼ੂਅਲ ਏਡ ਦੀ, ਆਪਾਂ ਨੈਕਸਟ ਲੈਕਚਰ ਵਿੱਚ ਕਰਾਂਗੇ। ਤਾਂ ਇਸ ਲੈਕਚਰ ਵਿੱਚ ਆਪਾਂ ਗੱਲ ਕੀਤੀ ਕਿ ਆਡੀਓ ਵਿਜ਼ੂਅਲ ਏਡਸ ਹੁੰਦੀਆਂ ਕੀ ਨੇ, ਇਹਦੇ ਮੀਨਿੰਗ ਬਾਰੇ ਗੱਲ ਕੀਤੀ, ਤੇ ਫਿਰ ਅੱਗੇ ਆਪਾਂ ਇਹਦੇ ਪ੍ਰਤੱਖ ਅਨੁਭਵਾਂ ਰਾਹੀਂ ਤੇ ਅਪ੍ਰਤੱਖ ਅਨੁਭਵਾਂ ਰਾਹੀਂ ਗੱਲ ਕੀਤੀ ਵੀ ਦੋ ਤਰੀਕਿਆਂ ਰਾਹੀਂ ਅਸੀਂ ਜਿਹੜਾ ਗਿਆਨ ਦੇ ਸਕਦੇ ਹਾਂ, ਦੋ ਮਾਧਿਅਮਾਂ ਰਾਹੀਂ ਅਸੀਂ ਗਿਆਨ ਦੇ ਸਕਦੇ ਹਾਂ। ਫਿਰ ਅਸੀਂ ਗੱਲ ਕੀਤੀ ਕਿ ਇਹਦੀ ਨੀਡ ਤੇ ਇੰਪੋਰਟੈਂਸ ਦੀ। ਫਸਟ ਆਪਾਂ ਕੀਤੀ ਸਿੱਖਣ ਲਈ ਇੰਦਰੀਆਵੀ ਸਹਾਇਤਾ, ਸੈਕੰਡ ਕੀਤੀ ਪਾਠ ਵਿੱਚ ਦਿਲਚਸਪੀ ਪੈਦਾ ਕਰਨੀ, ਥਰਡ ਆਪਣਾ ਪ੍ਰਤੱਖ ਅਨੁਭਵ ਦਾ ਬਦਲ, ਫੋਰਥ ਮੰਦ ਬੁੱਧੀ ਵਾਲੇ ਵਿਦਿਆਰਥੀਆਂ ਲਈ ਸਹਾਇਕ, ਸਿਕਸ ਪ੍ਰਭਾਵਸ਼ਾਲੀ ਸਿੱਖਿਆ, ਫਿਫਥ ਹੈਗਾ ਪ੍ਰਭਾਵਸ਼ਾਲੀ ਸਿੱਖਿਆ, ਤੇ ਸਿਕਸਥ ਹੈ ਸਾਡਾ ਵਿਦਿਆਰਥੀਆਂ ਨੂੰ ਚੁਸਤ ਤੇ ਕਿਰਿਆਸ਼ੀਲ ਬਣਾਉਣ ਦੇ ਸਾਧਨ। ਤਾਂ ਅੱਜ ਦਾ ਲੈਕਚਰ ਆਪਣਾ ਇੱਥੇ ਹੀ ਕੰਪਲੀਟ ਹੋ ਰਿਹਾ। ਨੈਕਸਟ ਜਿਹੜੇ ਆਪਣੇ ਪੁਆਇੰਟ ਬਚੇ ਹੋਏ ਨੇ ਉਹ ਆਪਾਂ ਨੈਕਸਟ ਲੈਕਚਰ ਵਿੱਚ ਕਰਾਂਗੇ, ਤੇ ਅੱਜ ਲਈ ਇੰਨਾ ਹੀ। ਧੰਨਵਾਦ।